ਦੋਸਤੋ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਜਿਹੜਾ ਕੱਲ ਸੁਖਬੀਰ ਸਿੰਘ ਬਾਦਲ ਭੁਲੱਥ ਵਿਖੇ ਉਹਨਾਂ ਨੇ ਇੱਕ ਰੈਲੀ ਜੀ ਕਰਦੇ ਫਿਰਦੇ ਨੇ ਸਾਰੇ ਪੰਜਾਬ 'ਚ। ਜਵਾਬ ਮੰਗਦਾ ਹੈ ਪੰਜਾਬ। ਪਹਿਲਾਂ ਤਾਂ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜਾ ਇਹਨਾਂ ਨੇ 10 ਸਾਲ ਪਹਿਲਾਂ ਲਗਾਤਾਰ ਲੁੱਟ ਖਸੁੱਟ ਕੀਤੀ, ਔਰ ਉਸ ਤੋਂ ਪਹਿਲਾਂ ਜਿਹੜੀ 5 ਸਾਲ ਇਹਦੇ ਪਿਤਾ ਨੇ ਰੱਜ ਕੇ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਨੇ, ਬਲਾਤਕਾਰ ਕੀਤਾ। ਉਹ ਮੈਂ ਤੁਹਾਡੇ ਨਾਲ ਚਰਚਾ ਬਾਅਦ 'ਚ ਕਰਦਾ, ਪਰ ਜਿਹੜਾ ਇਸ ਨੇ ਮੇਰੇ ਮੁਤਲਕ ਅਪਸ਼ਬਦ ਬੋਲੇ, ਅਪਮਾਨਜਨਕ ਸ਼ਬਦਾਵਲੀ ਜਿਹੜੀ ਬੋਲੀ ਆ, ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹਣਾ। ਮੈਨੂੰ ਇਹ ਇੱਥੇ ਸਟੇਜ ਤੋਂ ਪਬਲਿਕ ਦੀ ਹਾਜ਼ਰੀ 'ਚ ਕਹਿ ਕੇ ਗਿਆ ਕਿ ਇੱਥੇ ਇੱਕ ਚੋਰ ਫਿਰਦਾ ਖੇਰਾ। ਦੋਸਤੋ ਮੈਂ ਪਹਿਲੀ ਗੱਲ ਤਾਂ ਇਹ ਸੁਖਬੀਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਬੰਦਾ ਆਪ ਚੋਰ ਹੁੰਦਾ ਨਾ, ਝੂਠਾ ਬੇਈਮਾਨ, ਉਦੋਂ ਨੂੰ ਬਾਕੀ ਸਾਰੀ ਦੁਨੀਆ ਵੀ ਚੋਰ ਨਜ਼ਰ ਆਉਂਦੀ ਆ। ਜੇ ਮੈਂ ਪਹਿਲਾਂ ਸੁਖਬੀਰ ਨੂੰ ਪੁੱਛਾਂ ਕਿ ਤੁਸੀਂ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਪਿਛਲੇ ਕਈ ਦਹਾਕਿਆਂ ਤੋਂ ਆ ਜਿਹੜੇ ਤੁਸੀਂ 7 ਸਿਤਾਰੇ ਹੋਟਲ ਬਣਾਏ ਨੇ ਵੱਡੇ ਵੱਡੇ ਸੈਂਕੜੇ ਕਰੋੜਾਂ ਰੁਪਏ ਦੇ, ਆ ਜਿਹੜੀਆਂ ਬੱਸਾਂ ਦੀਆਂ ਵੱਡੀਆਂ ਵੱਡੀਆਂ ਸੈਂਕੜੇ ਬੱਸਾਂ ਦੀ ਕੰਪਨੀਆਂ ਬਣਾਈਆਂ ਨੇ, ਤੁਹਾਡੇ ਸਾਰੇ ਸੂਬਿਆਂ ਵਿੱਚ ਫਾਰਮ ਹਾਊਸ ਨੇ, ਕਿਤੇ ਹਰਿਆਣੇ 'ਚ, ਰਾਜਸਥਾਨ ਤੇ ਪੰਜਾਬ 'ਚ, ਤੁਹਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਾਪਰਟੀ ਆ। ਤੁਹਾਡਾ ਜਿਹੜਾ 9 ਸੈਕਟਰ ਚੰਡੀਗੜ੍ਹ ਹੈ ਉੱਥੇ ਫਾਰਮ ਹਾਊਸ ਆ, ਨਾਰਮਲ ਲੋਕਾਂ ਦੀ ਕੋਠੀਆਂ ਹੁੰਦੀਆਂ ਨੇ, ਤੁਹਾਡਾ 1.5 ਕਿੱਲੇ ਦਾ ਫਾਰਮ ਹਾਊਸ ਆ। ਸਾਰੀ ਦੁਨੀਆ ਤੁਹਾਡੇ ਕਰਪਟ ਮੈਥਡੋਲੋਜੀ ਨੂੰ ਜਾਣਦੀ ਆ। ਇੱਥੇ ਬਸ ਨਹੀਂ, ਕਰਪਸ਼ਨ ਕਰਨਾ ਇੱਕ ਅਲੱਗ ਗੱਲ ਹੈ, ਪਰ ਜੋ ਤੁਸੀਂ ਆਪਣੇ ਧਰਮ ਦੇ ਨਾਲ ਤੁਸੀਂ ਬੇਈਮਾਨੀ ਕੀਤੀ ਆ, ਅਖੌਤੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਜੋ ਤੁਸੀਂ ਖਿਲਵਾੜ ਕੀਤਾ ਨਾ ਅਕਾਲ ਤਖਤ ਸਾਹਿਬ ਦੇ ਨਾਲ, SGPC ਦੇ ਨਾਲ, ਉਹ ਤੁਹਾਨੂੰ ਸਾਰੀ ਜ਼ਿੰਦਗੀ ਕਦੀ ਉਸ ਵਾਹਿਗੁਰੂ ਤੋਂ ਮਾਫੀ ਨਹੀਂ ਮਿਲਣੀ। ਤੁਹਾਡੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਤੁਹਾਨੂੰ ਸਭ ਪਤਾ ਸੀਗਾ ਕਿ ਬੇਅਦਬੀਆਂ ਕਰਨ ਵਾਲੇ ਕੌਣ ਨੇ, ਕਿਹੜੇ ਡੇਰੇ ਵਾਲਿਆਂ ਨੇ ਪਲਾਨ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਉਸ ਨੂੰ ਅੰਜਾਮ ਦਿੱਤਾ, ਤੈਨੂੰ ਸਭ ਪਤਾ ਸੀਗਾ, ਪਰ ਤੁਸੀਂ ਜਾਣਬੁੱਝ ਕੇ ਵੋਟਾਂ ਦੀ ਖਾਤਰ ਅੱਖਾਂ ਮੀਟ ਕੇ ਰੱਖੀਆਂ। ਇੱਥੇ ਬਸ ਨਹੀਂ, ਤੁਹਾਡੇ ਜਿਹੜਾ ਪੁਲਿਸ ਦਾ DGP ਜਿਹੜਾ ਤੁਸੀਂ ਲਾਇਆ ਸੀ, ਇਨਕਾਊਂਟਰ ਸਪੈਸ਼ਲਿਸਟ ਸੁਮੇਧ ਸਿੰਘ ਸੈਣੀ, ਉਹ ਤਾਂ ਕਹਿੰਦੇ ਅਸੀਂ ਪੰਥਕ ਸਰਕਾਰ ਹੈ। ਜਿਸ ਬੰਦੇ ਨੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਸੀਗਾ, ਤੁਹਾਨੂੰ ਸ਼ਰਮ ਨਹੀਂ ਆਈ? ਤੁਸੀਂ ਉਸ ਨੂੰ DGP ਲਾਇਆ ਪੰਜਾਬ ਦਾ, ਸੁਮੇਧ ਸੈਣੀ ਨੂੰ। ਅੱਜ ਉਹਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਵਾ, ਔਰ ਉਸ ਆਦਮੀ ਦੇ ਜ਼ਰੀਏ ਤੁਸੀਂ ਬਾਈਬਲ ਕਲਾਂ ਦੇ ਵਿੱਚ 2 ਬੇਕਸੂਰ ਸਿੱਖ ਨੌਜਵਾਨਾਂ ਨੂੰ ਉੱਥੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰਵਾਈ ਆ। ਤੁਸੀਂ ਹਥਿਆਰੇ ਹੋ। ਇੱਕ ਆਦਮੀ ਤੇ ਇਲਜ਼ਾਮ ਲਾਉਣਾ ਕਿ ਚੋਰ ਕਹਿਣਾ, ਉਹ ਗੱਲ ਲੱਗ ਗਿਆ। ਇੱਕ ਹੈਗਾ ਕਿ ਤੁਹਾਡੇ ਆਪਣੇ ਹੱਥ ਸਾਰੇ ਖੂਨ ਨਾਲ ਰੰਗੇ ਹੋਏ ਨੇ ਮੇਰੇ ਵੀਰੋ, ਇਹਨਾਂ ਦੇ ਇਹ ਸੁਖਬੀਰ ਬਾਦਲ ਵਗੈਰਾ ਦੇ। ਔਰ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਅਕਾਲ ਤਖਤ ਸਾਹਿਬ ਵਰਗੀ ਇੱਕ ਮਹਾਨ ਸੰਸਥਾ ਦਾ ਦੁਰਉਪਯੋਗ ਕਰਕੇ ਉਹਨੂੰ ਮਾਫੀਨਾਮਾ ਦਵਾਇਆ, ਫਿਰ ਕਾਇਰਾਂ ਦੀ ਤਰ੍ਹਾਂ ਡਰ ਕੇ ਉਹ ਮਾਫੀਨਾਮਾ ਵਾਪਸ ਲਿਆ। ਸਾਰਾ ਪੰਜਾਬ, ਸਾਰੀ ਦੁਨੀਆ 'ਚ ਬੈਠੇ ਸਿੱਖ ਤੁਹਾਡੇ ਕਿਰਦਾਰ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ। ਇਸ ਲਈ ਕਿਸੇ ਹੋਰ ਤੇ ਇਦਾਂ ਦੇ ਸ਼ਬਦ ਵਰਤਣ ਤੋਂ ਪਹਿਲਾਂ ਇੱਕ ਵਾਰੀ ਝਾਤ ਮਾਰ ਲਿਆ ਕਰੋ ਕਿ ਤੁਸੀਂ ਕਰ ਕੀ ਰਹੇ ਹੋ। ਔਰ ਫਿਰ ਇਹ ਕਹਿੰਦਾ ਕਿ ਖਹਿਰਾ ਕਿਉਂਕਿ ਬੋਲਦਾ ਬਹੁਤ ਸੀਗਾ, ਇਸ ਲਈ ਇਹਦੇ ਤੇ ED ਨੇ ਰੇਡ ਕੀਤਾ। ਇਹ ਡਰੱਗਸ ਦੇ ਨਾਲ ਕਨੈਕਟਡ ਆ। ਜਦੋਂ ED ਇਹਦੇ ਸਾਲੇ ਨੂੰ ਫੜੇ, ਬਿਕਰਮਜੀਤ ਨੂੰ, ਉਹਦੇ ਤਹਿਕੀਕਾਤ ਕਰੇ, ਉਦੋਂ ED ਬਹੁਤ ਮਾੜੀ ਆ, ਕਿਉਂਕਿ ED ਦੇ ਉਸੇ ਹੀ ਜਗਦੀਸ਼ ਭੋਲੇ ਦੇ ਕੇਸ ਵਿੱਚ ਅੱਜ ਵੀ ਉਹ ਐਫੀਡੇਵਿਟ ਦਾ ਰਿਕਾਰਡ ਹੈ ਕਿ ਬਿਕਰਮ ਮਜੀਠੀਏ ਨੂੰ ਜਿਹੜੇ ਇੰਟਰਨੈਸ਼ਨਲ ਡਰੱਗ ਕਾਰਟਲ ਸੀਗੇ, ਉਹਨਾਂ ਨੇ ਇਹਦੇ ਡਰਾਇੰਗ ਰੂਮ ਵਿੱਚ ਬੈਠ ਕੇ ਅੰਮ੍ਰਿਤਸਰ ਦੀ ਕੋਠੀ ਵਿੱਚ 35 ਲੱਖ ਰੁਪਏ ਇਲੈਕਸ਼ਨ ਫੰਡ ਦੇ ਦਿੱਤੇ। ਇਸ ਨੂੰ ਕਹਿੰਦੇ ਨੇ ਡਰੱਗ ਮਨੀ, ਔਰ ਇਸ ਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਔਰ ਜੋ ਤੁਸੀਂ ਬਾਕੀ ਕੀਤਾ ਸਾਰਾ, ਉਹ ਤੁਹਾਡੇ ਸਾਰੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ। ਮੈਂ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਕਿ ਮੈਂ ਇੱਕ ਵਿਸਲ ਬਲੋਅਰ ਆ। ਮੈਂ ਕਦੀ ਕੋਈ ਸੱਤਾ ਤੁਹਾਡੇ ਵਾਂਗੂ ਮਾਣ ਕੇ ਉਹਦਾ ਦੁਰਉਪਯੋਗ ਨਹੀਂ ਕੀਤਾ। ਮੈਂ ਇੱਕ ਬੇਇਨਸਾਫੀ ਦੇ ਖਿਲਾਫ, ਕਰਪਸ਼ਨ ਦੇ ਖਿਲਾਫ, ਡਰੱਗਸ ਦੇ ਖਿਲਾਫ, ਹਰ ਕਿਸਮ ਦੇ ਮਾਫੀਆ ਦੇ ਖਿਲਾਫ ਇੱਕ ਕਰੂਸੇਡਰ ਆ। ਸਭ ਨੂੰ ਪਤਾ ਕਿ BJP ਨੇ ਮੈਨੂੰ ਮਿੱਥ ਕੇ ਟਾਰਗੇਟ ਕੀਤਾ ਵਾ, ਤੁਹਾਨੂੰ ਨਹੀਂ ਟਾਰਗੇਟ ਕੀਤਾ, ਤੁਹਾਨੂੰ ਕਿਸੇ ED ਨੇ ਨਹੀਂ ਫੜਿਆ। ਤੁਸੀਂ ਅਰਬਾਂ ਖਰਬਾਂ ਪਤੀ ਹੋ ਇਸ ਵੇਲੇ, ਔਰ ਇਲ ਗੋਟਨ ਵੈਲਥ ਹੈ ਤੁਹਾਡੇ ਕੋਲ, ਤੁਹਾਨੂੰ ਕਿਸੇ ED ਨੇ ਟਾਰਗੇਟ ਨਹੀਂ ਕੀਤਾ। ਲੇਕਿਨ ਸਾਰੇ ਪੰਜਾਬ 'ਚੋਂ ਸੁਖਪਾਲ ਸਿੰਘ ਖਹਿਰਾ ਨੂੰ ਇਸ ਲਈ ਕੀਤਾ ਕਿਉਂਕਿ ਮੈਂ ਕਿਸਾਨ ਅੰਦੋਲਨ ਵਿੱਚ ਡਟ ਕੇ ਉਹਨਾਂ ਦੀ ਹਮਾਇਤ ਕੀਤੀ ਤੇ BJP ਦਾ ਡਟ ਕੇ ਵਿਰੋਧ ਕੀਤਾ। ਨਵਰੀਤ ਸਿੰਘ ਡਿਬਡਿਬਾ, ਯਾਦ ਹੈ ਨਾ, ਸੁਖਬੀਰ ਸਿੰਘ ਬਾਦਲ ਤੇ ਨੂੰ ਮੁੰਡਾ ਮਾਰਿਆ ਗਿਆ ਸੀ UP ਦਾ, ਰੁਦਰਪੁਰ ਦਾ। ਤੁਸੀਂ ਇੱਕ ਸ਼ਬਦ ਕੱਢਿਆ ਆਪਣੇ ਮੂੰਹ ਦੇ ਵਿੱਚੋਂ, ਮੈਂ ਉਸ ਦੀ ਲੜਾਈ ਲੜੀ। ਉਸ ਤੋਂ ਪਹਿਲਾਂ ਮੈਂ ਯੂਆਪਾ ਵਰਗੇ ਕਾਲੇ ਕਾਨੂੰਨ ਜਿਹੜੇ BJP ਨੇ ਬਣਾਏ, ਜਿਹੜੇ ਕਿਸੇ ਵੇਲੇ ਟਾਡਾ ਤੇ ਪੋਟਾ ਦੀ ਇੱਕ ਸਿਮਿਲਰ ਐਕਟ ਹੈ ਡਰਕੋਨੀਅਨ, ਮੈਂ ਉਸ ਦਾ ਸਾਰੇ ਪੰਜਾਬ ਦੇ ਵਿੱਚ ਦਿੱਲੀ ਤੱਕ ਯੂਆਪਾ ਦਾ ਵਿਰੋਧ ਕੀਤਾ, ਜਿਹਦੇ ਕਰਕੇ ਮੈਂ BJP ਤੇ ਟਾਰਗੇਟ ਪਿਆ। ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਗਰ ਕੋਈ ED ਮੇਰੇ ਤੇ ਹਮਲਾ ਕਰ ਰਹੀ ਹੈ, ਕੇਸ ਬਣਾਉਂਦੀ ਹੈ। ਇਦਾਂ ਦੇ ਕਈ ਕੇਸ ਪਹਿਲਾਂ ਤੁਸੀਂ ਵੀ ਬਣਾਏ ਨੇ, 6 ਮੁਕੱਦਮੇ ਬਾਦਲ ਦੀ ਸਰਕਾਰ ਤੁਸੀਂ ਮੇਰੇ ਖਿਲਾਫ ਆ। ਜਿਹੜਾ ਫਾਜ਼ਿਲਕਾ ਦਾ ਤੁਸੀਂ ਕਹਿੰਦੇ ਨਾ ਕਿ ਡਰੱਗਸ ਨਾਲ ਮੈਨੂੰ ਕਨੈਕਟ ਕੀਤਾ, ਇਹ ਤੁਹਾਡੀ ਮਿਹਰਬਾਨੀ ਹੋਈ ਸੀ। ਉਦੋਂ ਤੁਸੀਂ ਮੈਨੂੰ ਉਸ ਫਰਜ਼ੀ ਮੁਕੱਦਮੇ ਵਿੱਚ ਜੋੜਿਆ ਜਿਹਦੇ 'ਚ
ਮੈਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਉਹ ਸਾਰੀਆਂ ਪ੍ਰੋਸੀਡਿੰਗ ਸਟੇ ਕੀਤੀਆਂ ਹੋਈਆਂ ਨੇ ਔਰ ਈਡੀ ਨੂੰ ਵੀ ਪਤਾ ਵਾ ਕਿ ਜਿਹੜਾ ਕੇਸ ਉਹਨਾਂ ਨੇ ਚੱਕਿਆ ਵਾ ਫਾਜ਼ਿਲਕਾ ਦੇ ਐਨਡੀਪੀਐਸ ਦਾ ਉਹ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਟੇਡ ਆ। ਇਸ ਕਰਕੇ ਮੈਂ ਤਾਂ ਜੋ ਕਰ ਰਿਹਾ ਵਾਂ ਇੱਕ ਮਨੁੱਖਤਾ ਦੀ ਇੱਕ ਆਪਣੇ ਸੂਬੇ ਦੇ ਆਪਣੇ ਲੋਕਾਂ ਦੀ ਲੜਾਈ ਲੜ ਰਿਹਾ ਹਾਂ। ਪਰ ਤੁਸੀਂ ਕੀ ਕਰ ਰਹੇ ਹੋ ਔਰ ਕਿਹਦੇ ਨਾਲ ਸਟੇਜ ਸਾਂਝੀ ਕੀਤੀ ਸੀ ਬੀਬੀ ਜਗੀਰ ਕੌਰ, ਇੱਕ ਸਜ਼ਾ ਯਾਫਤਾ ਔਰਤ। ਤੁਹਾਨੂੰ ਸਾਰੇ ਇੱਕ ਪੌਣੇ 200 ਐਸਜੀਪੀਸੀ ਮੈਂਬਰਸ ਚੋਂ ਕੋਈ ਬੰਦਾ ਨਹੀਂ ਲੱਭਿਆ ਤੁਹਾਨੂੰ। ਇਸ ਕਰਕੇ ਤੁਸੀਂ ਹੱਥ ਟੋਕਿਆਂ ਨੂੰ ਬਣਾਉਂਦੇ ਹੋ। ਤੁਸੀਂ ਉਹਨਾਂ ਨੂੰ ਐਸਜੀਪੀਸੀ ਦਾ ਅਕਾਲ ਤਖਤ ਸਾਹਿਬ ਦਾ ਚਾਰਜ ਦਿੰਦੇ ਹੋ ਜਿਹੜੇ ਤੁਹਾਡੇ ਕਠਪੁਤਲੀਆਂ ਹੋਣ, ਜਿਹੜੇ ਤੁਹਾਡੇ ਤੇ ਇਸ਼ਾਰਿਆਂ ਕਰਨ। ਇੱਕ ਗੱਲ ਯਾਦ ਰੱਖਿਓ, ਦੇਰ ਹੈ ਅੰਧੇਰ ਨਹੀਂ। ਉਹਦੀ ਅਦਾਲਤ ਵਿੱਚ ਤੁਸੀਂ ਲੋਕਾਂ ਦੀ ਅਦਾਲਤ ਵਿੱਚ ਤਾਂ ਪੈਸੇ ਖਰਚ ਕੇ ਸ਼ਰਾਬਾਂ ਪਿਲਾ ਕੇ ਜਿੱਤ ਕੇ ਐਮਪੀ ਬਣ ਸਕਦੇ ਹੋ, ਐਮਐਲਏ ਵੀ ਬਣ ਸਕਦੇ ਹੋ, ਪਰ ਉਹਦੀ ਅਦਾਲਤ ਵਿੱਚ ਤੁਹਾਨੂੰ ਇੱਕ ਦਿਨ ਹਿਸਾਬ ਦੇਣਾ ਪਵੇਗਾ। ਇਸ ਲਈ ਮੈਨੂੰ ਚੋਰ ਕਹਿਣ ਤੋਂ ਪਹਿਲਾਂ ਇੱਕ ਵਾਰ ਆਪਣੇ ਗਿਰੇਬਾਨ ਦੇ ਵਿੱਚ ਅੰਦਰ ਝਾਤ ਮਾਰ ਕੇ ਚੰਗੀ ਤਰ੍ਹਾਂ ਨਾਲ, ਜਦੋਂ ਇਕੱਲਾ ਬੈਠਾ ਹੋਵੇਗਾ ਨਾ ਸੁਖਬੀਰ ਸਿੰਘ ਬਾਦਲ, ਇੱਕ ਵਾਰ ਝਾਤ ਮਾਰ ਕੇ ਦੇਖੀ ਕਿ ਮੈਂ ਕੀ ਕੁਝ ਕੀਤਾ। ਮੇਰੇ ਹੱਥ ਕਿੰਨੇ ਖੂਨ ਵਿੱਚ ਰੰਗੇ ਹੋਏ ਨੇ ਪੰਜਾਬ ਦੇ ਲੋਕਾਂ ਦੇ, ਕਿੰਨੇ ਪਰਚੇ ਦਰਜ ਕਰਾਏ, ਕਿੰਨੇ ਮਾਫੀਆ ਪੰਜਾਬ ਦੇ ਵਿੱਚ ਪੈਦਾ ਕੀਤੇ, ਕਿੰਨੇ ਡਰੱਗਸ ਦਾ ਵਪਾਰ ਪੰਜਾਬ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਉਸ ਨੂੰ ਪੰਜਾਬ ਦੇ ਵਿੱਚ ਆਪਣੇ ਹਉਮੈ ਨੂੰ ਪੱਠੇ ਪਾਉਣ ਵਾਸਤੇ ਤੁਸੀਂ ਜੋ ਪੰਜਾਬ ਦੇ ਨਾਲ ਖਿਲਵਾੜ ਕੀਤਾ, ਉਹ ਤੁਹਾਨੂੰ ਲੋਕ ਕਦੀ ਮਾਫ ਨਹੀਂ ਕਰਨਗੇ। ਠੀਕ ਹੈ, ਰੈਲੀਆਂ ਕਰੀ ਜਾਓ ਜਿੰਨੀਆਂ ਕਰ ਸਕਦੇ ਹੋ, ਮੰਗਦਾ ਪੰਜਾਬ ਜਵਾਬ ਜੀ। ਤੁਸੀਂ ਮੰਗਣ ਵਾਲੇ ਕੌਣ ਹੋ? ਮੈਂ ਕਿਸੇ ਦੀ ਹਿਫਾਜ਼ਤ ਨਹੀਂ ਕਰਦਾ। ਪਹਿਲਾਂ ਤੁਸੀਂ ਦੱਸੋ ਕਿ ਜਿਹੜਾ 10 ਸਾਲ ਤੁਸੀਂ ਲੁੱਟ ਖਸੁੱਟ ਕੀਤੀ ਔਰ ਲੋਕਾਂ ਦੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਤੇ ਝੂਠੇ ਮੁਕੱਦਮੇ ਹਜ਼ਾਰਾਂ ਦੀ ਤਾਦਾਦ ਵਿੱਚ, ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਬੈਠਾ, 6 ਤਾਂ ਮੇਰੇ ਤੇ ਹੋਏ ਸੀਗੇ। ਤੁਸੀਂ ਝੂਠੇ ਪਰਚੇ ਦਰਜ ਕਰਾਏ, ਤੁਸੀਂ ਡਰੱਗ ਮਾਫੀਆ ਦੀ ਸਪੋਰਟ ਕੀਤੀ, ਤੁਸੀਂ ਬੇਗੁਨਾਹ ਬੰਦਿਆਂ ਦੇ, ਮੈਨੂੰ ਕੁਦਰਤੀ ਯਾਦ ਆ ਗਿਆ ਯੂਆਪਾ, ਸੁਖਬੀਰ ਸਿੰਘ ਬਾਦਲ ਇਹਦਾ ਜਵਾਬ ਦੇਈ ਜਰਾ ਚੰਗੀ ਤਰ੍ਹਾਂ ਸੋਚ ਕੇ। ਯੂਆਪਾ ਕਾਨੂੰਨ 2011 ਦੇ ਵਿੱਚ ਨਵਾਂ ਸ਼ਹਿਰ ਦੀ ਅਦਾਲਤ ਵਿੱਚ 3 ਨੌਜਵਾਨ, ਅਰਵਿੰਦਰ ਸਿੰਘ ਤੇ ਉਹਦੇ 2 ਸਾਥੀ, ਸਿਰਫ ਲਿਟਰੇਚਰ ਦੇ ਆਧਾਰ ਦੇ ਉੱਤੇ ਤੁਹਾਡੀ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਬੇਗੁਨਾਹ ਬੱਚਿਆਂ ਨੂੰ ਫੜ ਕੇ ਅੰਦਰ ਦਿੱਤਾ, ਉਹਨਾਂ ਨੂੰ ਉਮਰ ਕੈਦ ਸਜ਼ਾ ਸੁਣਾਈ ਆ ਸੈਸ਼ਨ ਜੱਜ ਨਵਾਂ ਸ਼ਹਿਰ ਨੇ। ਉਹਨਾਂ ਦੀ ਅਪੀਲ ਹਾਈ ਕੋਰਟ ਵਿੱਚ ਪੈਂਡਿੰਗ ਆ। ਕਿਸੇ ਬੇਗੁਨਾਹ ਨੂੰ ਸਿਰਫ ਲਿਟਰੇਚਰ, ਕਿਤਾਬਾਂ, ਔਰ ਕਿਤਾਬਾਂ ਵੀ ਕਹਿੰਦੀਆਂ ਸੀ ਭਾਈ ਰਣਧੀਰ ਸਿੰਘ ਜਿਹੜੇ ਫਰੀडम ਫਾਈਟਰ ਸੀਗੇ, ਜਿਹੜੀਆਂ ਉਹਨਾਂ ਨੇ ਉਸ ਵੇਲੇ ਜੇਲ੍ਹ ਚੋਂ ਚਿੱਠੀਆਂ ਲਿਖੀਆਂ, ਉਹ ਤੁਹਾਡੀ ਕਮਲੀ ਪੁਲਿਸ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਤੇ ਯੂਏਪੀਏ ਦਾ ਐਕਟ ਲਾ ਕੇ ਉਹਨਾਂ ਨੂੰ ਬੇਗੁਨਾਹ ਬੱਚਿਆਂ ਨੂੰ ਅੰਦਰ ਤੱਕ ਦਿੱਤਾ। ਅੱਜ ਉਹ ਉਮਰ ਕੈਦ ਕੱਟ ਰਹੇ ਨੇ ਸੁਖਬੀਰ ਬਾਦਲ ਤੇਰੀ ਬਦੌਲਤ। ਔਰ ਯਾਦ ਰੱਖਣਾ, ਜਦੋਂ ਇੱਕ ਵੀ ਬੇਗੁਨਾਹ ਬੰਦਾ, ਇੱਕ ਵੀ, ਉਹਨੂੰ ਉਹਦੇ ਤੇ ਇਸ ਤਰ੍ਹਾਂ ਦਾ ਤੁਸੀਂ ਅਤਿਆਚਾਰ ਕਰਦੇ ਹੋ, ਉਹਦੇ ਤੇ ਝੂਠੇ ਪਰਚੇ ਦਰਜ ਕਰਾ ਕੇ ਉਹਨਾਂ ਦੀ ਜ਼ਿੰਦਗੀ ਤਬਾਹ ਕਰਦੇ, ਉਹਨਾਂ ਦੀ ਹਾਂ ਜਿਹੜੀ ਆ ਨਾ ਉਹ ਤੈਨੂੰ ਲੱਗਣੀ ਲੱਗਣੀ ਆ। ਇਸੇ ਕਰਕੇ ਸਾਰਾ ਪੰਜਾਬ ਤੁਹਾਡੇ ਤੇ ਥੁੱਕਦਾ ਵਾ, ਤੁਹਾਨੂੰ ਥੂ ਥੂ ਕਰਦਾ ਵਾ। ਔਰ ਯਾਦ ਰੱਖਣਾ ਕਿ 2022 ਚ ਰੈਲੀਆਂ ਜਿੰਨੀਆਂ ਮਰਜ਼ੀ ਕਰ ਲਓ, ਫਰਜ਼ੀ ਤੁਸੀਂ ਬੰਦੇ ਬੱਸਾਂ 'ਚ ਢੋ ਸਕਦੇ ਹੋ। ਕੱਲ ਭੁਲੱਥ ਵਿੱਚ ਸਾਰਾ ਅੱਧਾ ਇਕੱਠ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਸੀ। ਮੈਂ ਘੱਟੋ ਘੱਟ ਨੇ ਤਾਂ 20 ਬੱਸਾਂ ਐਸਜੀਪੀਸੀ ਦੀਆਂ ਸਪਾਂਸਰਡ ਇਸ ਇਕੱਠ ਵਿੱਚ ਆਉਂਦੇ ਦੇਖੀਆਂ। ਇਹ ਸਾਰੇ ਫਰਜ਼ੀ ਇਕੱਠ ਨੇ। ਤੁਹਾਡੇ ਲੀਡਰ ਤੈਨੂੰ ਵੀ ਚਕਮਾ ਦੇ ਰਹੇ ਨੇ, ਤੈਨੂੰ ਮੂਰਖ ਬਣਾ ਰਹੇ ਨੇ। ਤੁਹਾਨੂੰ ਪਤਾ ਲੱਗ ਜਾਏਗਾ ਕਿ 2022 ਦੇ ਵਿੱਚ ਲੋਕਾਂ ਦਾ ਫਤਵਾ ਕਿੱਧਰ ਜਾਂਦਾ। ਹੋਰ ਮੈਨੂੰ ਪਤਾ ਨਹੀਂਗਾ, ਲੇਕਿਨ ਤੁਹਾਨੂੰ ਲੋਕਾਂ ਨੇ ਕਦੀ ਜ਼ਿੰਦਗੀ ਵਿੱਚ ਮਾਫ ਨਹੀਂ ਕਰਨਾ। ਇਸ ਲਈ ਖਬਰਦਾਰ, ਜੇ ਅਗਲੀ ਵਾਰ ਤੁਸੀਂ ਇਸ ਤਰ੍ਹਾਂ ਦੀ ਕੋਈ ਭੈੜੀ ਸ਼ਬਦਾਵਲੀ ਮੇਰੇ ਲਈ ਵਰਤੀ, ਮੈਂ ਇੱਕ ਵਾਰ ਨਹੀਂ ਤੁਹਾਡਾ 10 ਵਾਰ ਠੋਕਵਾਂ ਜਵਾਬ ਔਰ ਤੱਥਾਂ ਦੇ ਆਧਾਰ ਤੇ ਠੋਕਵਾਂ ਜਵਾਬ ਦੇ ਸਕਦਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਿਹੜੇ ਇਹ ਫਰਜ਼ੀ ਬਾਦਲ, ਜਿਹੜੇ ਅਖੌਤੀ ਪੰਥਕ ਨੇ, ਪੰਥਕ ਨਹੀਂਗੇ, ਇਹ ਸਾਡੇ ਕੌਮ ਦੇ ਦੋਸ਼ੀ ਨੇ, ਇਹ ਐਂਟੀ ਪੰਜਾਬ ਨੇ, ਇਹ ਐਂਟੀ ਫਾਰਮਰ ਨੇ। ਕੱਲ ਤੱਕ ਮੋਦੀ ਸਰਕਾਰ ਦੇ ਤਲਵੇ ਚੱਟਦੇ ਸੀਗੇ, ਅੱਜ ਵੀ ਇਹਨਾਂ ਨੂੰ ਮੋਦੀ ਕੁਛ ਨਹੀਂ ਕਹਿੰਦਾ। ਔਰ ਮੇਰੀ ਗੱਲ ਯਾਦ ਰੱਖਣਾ ਕਿ ਸ਼ਾਇਦ 2022 ਵਿੱਚ ਇਹ ਅਕਾਲੀ ਦਲ ਤੇ ਜਿਹੜਾ ਅਖੌਤੀ ਬਾਦਲ ਅਕਾਲੀ ਦਲ ਆ ਤੇ ਇਹ ਬੀਜੇਪੀ ਇਕੱਠੇ ਇਲੈਕਸ਼ਨ ਲੜਨਗੇ, ਚਾਹੇ ਇਹ ਸਿੱਧੀ ਲੜ ਲੈਣ ਤੇ ਚਾਹੇ ਅਸਿੱਧੇ ਤੌਰ ਤੇ ਇਲੈਕਸ਼ਨ ਇਕੱਠੇ ਹੋ ਕੇ ਲੜਨਗੇ। ਤਾਂ ਹੀ ਉਹ ਇੱਕ ਦੂਜੇ ਦੇ ਖਿਲਾਫ ਨਰਮ ਭਾਸ਼ਾ ਦੇ ਵਿੱਚ ਬੋਲਦੇ। ਜੇ ਇਹ ਵਾਕਈ ਦੁਸ਼ਮਣ ਸੀ ਮੋਦੀ ਦਾ ਤੇ ਫਿਰ ਈਡੀ ਦਾ ਕੇਸ ਖਹਿਰੇ ਤੇ ਨਹੀਂ ਬਣਨਾ ਚਾਹੀਦਾ ਸੀਗਾ। ਇਸ ਸੁਖਬੀਰ ਬਾਦਲ ਜਿਹੜਾ, ਜਿਹਨੂੰ ਲੋਕ ਗੱਪੀ ਵੀ ਕਹਿੰਦੇ ਨੇ, ਜਿਹਨੂੰ ਝੂਠਾ ਵੀ ਕਹਿੰਦੇ ਨੇ, ਜਿਹਨੂੰ ਬੇਈਮਾਨ ਵੀ ਕਹਿੰਦੇ ਨੇ, ਇਹਦੇ ਤੇ ਬਣਨਾ ਚਾਹੀਦਾ ਸੀ। ਉਮੀਦ ਹੈ ਕਿ ਤੁਹਾਨੂੰ ਮੇਰੇ ਜਿਹੜੇ ਵਿਚਾਰ ਨੇ, ਕਿਉਂਕਿ ਮੇਰੇ ਥੋੜੇ ਜਜ਼ਬਾਤਾਂ ਨੂੰ ਠੇਸ ਪਹੁੰਚੀ। ਐਦਾਂ ਤੁਸੀਂ ਉੱਠ ਕੇ ਕਿਸੇ ਨੂੰ ਚੋਰ ਕਹਿ ਦਿਓ, ਬਦਮਾਸ਼ ਕਹਿ ਦਿਓ। ਮੈਂ ਇਲੈਕਟਿਡ ਰਿਪਰੈਜ਼ੈਂਟੇਟਿਵ ਹਾਂ। ਮੈਨੂੰ ਪੰਜਾਬ, ਮੈਨੂੰ ਭੁਲੱਥ ਦੇ ਲੋਕਾਂ ਨੇ 1.5 ਲੱਖ ਵੋਟਰ ਨੇ ਚੁਣ ਕੇ ਅਸੈਂਬਲੀ 'ਚ, ਉਸੇ ਅਸੈਂਬਲੀ 'ਚ ਭੇਜਿਆ ਜਿੱਥੇ ਤੇਰਾ ਸਾਲਾ ਮੈਂਬਰ ਹੈ ਜਾਂ ਜਿੱਥੇ ਪਹਿਲਾਂ ਤੂੰ ਆਪ ਸੀਗਾ। ਔਰ ਮੈਂ ਲੀਡਰ ਆਫ ਆਪੋਜੀਸ਼ਨ ਰਿਹਾ ਹਾਂ। ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਤੇਰੇ ਵਰਗੇ ਸਾਰੇ ਚੋਰਾਂ ਤੇ ਗੁਨਾਹਗਾਰਾਂ ਦੇ ਖਿਲਾਫ ਵੱਡਾ ਕੈਂਪੇਨ ਚਲਾਇਆ ਸੀਗਾ, ਜਿਹਦੇ ਕਰਕੇ ਤੈਨੂੰ ਦੁੱਖ ਹੁੰਦਾ ਵਾ। ਇਸ ਲਈ ਮੇਰੇ ਅੱਜ ਵਿਚਾਰ ਇਹ ਹਨ। ਅਗਲੀ ਵਾਰ ਬੋਲੇਗਾ ਸੋਚ ਸਮਝ ਕੇ ਬੋਲਣਾ, ਜੇ ਬੋਲੇਗਾ ਤੇ ਉਹਦਾ ਜਵਾਬ ਤੈਨੂੰ ਇਹਦੇ ਨਾਲ ਵੀ ਕਰਨਾ ਮੈਂ ਅਵਸ਼ ਦਊਂਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।